ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਸਤਿਗੁਰੂ ਹਰ ਰਾਏ ਜੀ ਸਿੱਖਾਂ ਨੂੰ ਉਪਦੇਸ਼ ਦਿੰਦੇ ਸਨ ਤੇ ਫਰਮਾਉਂਦੇ ਸਨ, ਗੁਰੂ ਵਾਸਤੇ ਲੰਗਰ ਲਗਾਓ, ਤੁਹਾਡਾ ਵਿਸ਼ੇਸ਼ ਕਲਿਆਣ ਹੋਵੇਗਾ। ਇਸ ਤਰ੍ਹਾਂ ਸਤਿਗੁਰੂ ਜੀ ਪਾਸੋਂ ਸੁਣ ਕੇ ਸਿੱਖ ਜਾਂਦੇ ਸਨ ਤੇ ਆਪਣੇ ਆਪਣੇ ਘਰ ਵਿੱਚ ਜਾ ਕੇ ਲੰਗਰ ਵਰਤਾਉਂਦੇ ਸਨ। ਕੋਈ ਵੀ ਭੁੱਖਾ ਨਹੀਂ ਸੀ ਰਹਿੰਦਾ। ਸਤ ਸੰਗਤ ਨੂੰ ਲੰਗਰ ਛਕਾ ਕੇ ਤ੍ਰਿਪਤ ਕਰਦੇ ਸਨ। ਸ਼ਹਿਰਾਂ ਪਿੰਡਾਂ ਵਿੱਚ ਜਿੱਥੇ ਜਿੱਥੇ ਗੁਰਸਿੱਖ ਰਹਿੰਦੇ ਸਨ, ਭੁੱਖੇ ਨੂੰ ਉੱਥੇ ਭੋਜਨ ਪ੍ਰਾਪਤ ਹੁੰਦਾ ਸੀ। ਜਿਹੜੇ ਨਿਰਧਨ, ਗਰੀਬ ਅਤੇ ਮਹਾਨ ਅਨਾਥ ਸਨ ਜਾਂ ਜਿਨ੍ਹਾਂ ਦੇ ਅੰਗ ਟੁੱਟੇ ਭੱਜੇ ਸਨ, ਉਹਨਾਂ ਸਭ ਨੂੰ ਭੋਜਨ ਮਿਲਦਾ ਸੀ। ਇਸ ਲਈ ਸਾਰੇ ਪਿੰਡਾਂ ਅਤੇ ਨਗਰਾਂ ਵਿੱਚ ਗੁਰਸਿੱਖਾਂ ਦੇ ਘਰ ਭੋਜਨ ਛਕਦੇ ਸਨ। ਜਿਨ੍ਹਾਂ ਦੇ ਘਰ ਵਿੱਚ ਬਹੁਤਾ ਧਨ ਨਹੀਂ ਸੀ, ਉਹ ਆਪਸ ਵਿੱਚ ਰਲ ਜਾਂਦੇ ਸਨ। ਇਕੱਠੇ ਹੋ ਕੇ ਇੱਕ ਥਾਂ ਗੁਰੂ ਜੀ ਵਾਸਤੇ ਲੰਗਰ ਲਗਾ ਦਿੰਦੇ ਸਨ। ਜਿਹੜੇ ਭੁੱਖੇ ਹੁੰਦੇ ਸਨ, ਉਹ ਢਿੱਡ ਭਰਦੇ ਸਨ। ਗੁਰਸਿੱਖਾਂ ਪਾਸ ਜਾ ਕੇ ਬਹੁਤ ਪ੍ਰੇਮ ਕਰਕੇ ਉਹਨਾਂ ਦਾ ਸਨਮਾਨ ਕਰਦੇ ਸਨ। ਉਹਨਾਂ ਨੂੰ ਭੋਜਨ ਦੇ ਕੇ ਤ੍ਰਿਪਤ ਕਰਦੇ ਸਨ। ਕੋਈ ਵੀ ਭੁੱਖਾ ਨਹੀਂ ਸੀ ਰਹਿੰਦਾ। ਪ੍ਰੀਤ ਧਾਰ ਕੇ ਗੁਰਸਿੱਖਾਂ ਦੀ ਸੇਵਾ ਕਰਦੇ ਸਨ। ਬੜੇ ਅਦਬ ਨਾਲ ਸਿੱਖ ਸੰਗਤ ਵਿੱਚ ਮਿਲਦੇ ਸਨ। ਇਹ ਸਾਰੇ ਗੁਰਸਿੱਖ ਸਭ ਪਾਸਿਆਂ ਤੋਂ ਚੱਲ ਕੇ ਗੁਰੂ ਜੀ ਦੇ ਪਾਸ ਆਉਂਦੇ ਸਨ ਤੇ ਆ ਕੇ ਬੇਨਤੀ ਕਰਦੇ ਸਨ, ਫਲਾਣੇ ਨਗਰ ਵਿੱਚ, ਫਲਾਣੇ ਪਿੰਡ ਵਿੱਚ, ਫਲਾਣੇ ਸਿੱਖ ਦੇ ਘਰ ਲੰਗਰ ਚੱਲਦਾ ਹੈ। ਸਤਿਗੁਰੂ ਜੀ ਸੁਣ ਕੇ ਪ੍ਰਸੰਨ ਹੁੰਦੇ ਸਨ ਤੇ ਆਪਣੇ ਸਿੱਖਾਂ ਨੂੰ ਧੰਨ ਕਹਿੰਦੇ ਸਨ। ਗੁਰੂ ਜੀ ਦਾ ਲੰਗਰ ਬਹੁਤ ਸਥਾਨਾਂ 'ਤੇ ਚੱਲਦਾ ਹੈ। ਨਗਰ ਵਿੱਚ ਮਹਾਨ ਮਹਿਮਾ ਹੋ ਰਹੀ ਸੀ। ਸ਼੍ਰੀ ਸਤਿਗੁਰੂ ਜੀ ਦਾ ਸ੍ਰੇਸ਼ਟ ਜਸ ਹੋ ਰਿਹਾ ਸੀ। ਦੇਸ਼ ਦੇ ਅਮੀਰ ਗਰੀਬ ਸਭ ਬਹੁਤ ਉਪਮਾ ਕਰਦੇ ਸਨ। ਜਿਹੜਾ ਗੁਰੂ ਜੀ ਦੇ ਦਰਸ਼ਨਾਂ ਨੂੰ ਚੱਲ ਕੇ ਆਉਂਦਾ ਸੀ, ਗੁਰੂ ਜੀ ਕਿਰਪਾਲੂ ਹੋ ਕੇ ਉਪਦੇਸ਼ ਦ੍ਰਿੜ ਕਰਵਾਉਂਦੇ ਸਨ। ਜਿਹੜਾ ਮੇਰਾ ਸਿੱਖ ਹੋਵੇ, ਉਹ ਸੇਵਾ ਕਰੇ ਤੇ ਨੀਵਾਂ ਮਨ ਕਰਕੇ ਭਗਤੀ ਧਾਰਨ ਕਰੇ, ਸਦਾ ਹੀ ਹਿਰਦੇ ਵਿੱਚ ਪਰਉਪਕਾਰ ਨੂੰ ਧਾਰਨ ਕਰੇ ਤੇ ਕਿਸੇ ਦੀ ਵੀ ਨਿੰਦਿਆ ਨਾ ਕਰੇ। ਸਤਨਾਮ ਨੂੰ ਕਦੇ ਵੀ ਨਾ ਵਿਸਾਰੇ, ਉੱਠਦਾ ਬੈਠਦਾ ਹਿਰਦੇ ਵਿੱਚ ਸੰਭਾਲ ਕੇ ਰੱਖੇ। ਸਦਾ ਧਰਮ ਦੀ ਕਿਰਤ ਕਮਾਵੇ ਤੇ ਸਿੱਖਾਂ ਦੀ ਸੇਵਾ ਕਰਕੇ ਉਹਨਾਂ ਨੂੰ ਤ੍ਰਿਪਤ ਕਰੇ। ਇੱਕ ਵਾਰ ਵਿਸਾਖੀ ਦੇ ਮੇਲੇ 'ਤੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸਿੱਖ ਇਕੱਠੇ ਹੋਏ। ਗੁਰਸਿੱਖਾਂ ਦੇ ਚਿੱਤ ਵਿੱਚ ਬੜਾ ਚਾਅ ਭਰਿਆ ਹੋਇਆ ਸੀ। ਉਹ ਬੜੇ ਪਿਆਰ ਨਾਲ ਚੱਲ ਕੇ ਆਏ। ਯਥਾਯੋਗ ਉਹਨਾਂ ਨੇ ਉਪਹਾਰ ਲਏ। ਆ ਕੇ ਸਾਰਿਆਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਬੜੇ ਆਨੰਦਿਤ ਹੋਏ। ਜਿਵੇਂ ਚਕੋਰਾਂ ਪੂਰਨਮਾਸ਼ੀ ਦੇ ਚੰਦ ਨੂੰ ਵੇਖ ਕੇ ਪ੍ਰਸੰਨ ਹੁੰਦੀਆਂ ਹਨ। ਸਤਿਗੁਰੂ ਜੀ ਸੂਰਜ ਵਾਂਗ ਨਜ਼ਰੀ ਆਏ। ਉਹਨਾਂ ਨੂੰ ਦੇਖ ਕੇ ਸਾਰਿਆਂ ਦੇ ਕਮਲ ਨੈਣ ਖਿੜ ਗਏ। ਜਿਵੇਂ ਚਾਤਰਿਕਾਂ ਨੂੰ ਬਹੁਤ ਪਿਆਸ ਲੱਗੀ ਹੋਈ ਸੀ। ਗੁਰੂ ਜੀ ਦੇ ਦਰਸ਼ਨਾਂ ਦੀ ਸਵਾਂਤ ਬੂੰਦ ਪਾ ਕੇ ਉਹ ਤ੍ਰਿਪਤ ਹੋ ਗਏ। ਜਿਸ ਪ੍ਰਕਾਰ ਹਿਰਨ ਰੇਤ ਦੇ ਢੇਰਾਂ ਨੂੰ ਪਾਣੀ ਸਮਝ ਕੇ ਪੀਣ ਵਾਸਤੇ ਦੌੜਦਾ ਆਇਆ ਹੋਵੇ ਤੇ ਅੱਗੋਂ ਅੰਮ੍ਰਿਤ ਦਾ ਸਾਗਰ ਮਿਲਣ ਕਾਰਨ ਪ੍ਰਸੰਨ ਹੋ ਗਿਆ ਹੋਵੇ। ਮਾਨੋ ਭੌਰਾ ਕਾਫੀ ਸਮੇਂ ਤੋਂ ਭਟਕਦਾ ਫਿਰਦਾ ਹੋਵੇ ਤੇ ਚਰਨ ਕਮਲਾਂ ਨੂੰ ਵੇਖ ਕੇ ਠਹਿਰ ਗਿਆ ਹੋਵੇ। ਦਰਸ਼ਨ ਕਰਕੇ, ਉਪਹਾਰ ਭੇਟ ਕਰਕੇ, ਹੱਥ ਜੋੜ ਕੇ ਚਰਨ ਕਮਲਾਂ 'ਤੇ ਬੰਦਨਾ ਕਰਦੇ ਸਨ। ਸਤਿਗੁਰੂ ਜੀ ਸਭ ਸਿੱਖਾਂ ਦੇ ਪਰਿਵਾਰ ਵਿੱਚ ਘਿਰੇ ਹੋਏ ਇੰਜ ਬੈਠੇ ਸਨ, ਮਾਨੋ ਚਾਰੋਂ ਪਾਸਿਆਂ ਤੋਂ ਤਾਰਿਆਂ ਨਾਲ ਘੇਰਿਆ ਹੋਇਆ ਚੰਦਰਮਾ ਸ਼ੋਭ ਰਿਹਾ ਹੋਵੇ। ਬਹੁਤ ਸਿੱਖਾਂ ਨੇ ਫਿਰ ਗੱਲ ਚਲਾਈ, ਫਲਾਣੇ ਸਿੱਖ ਨੇ ਲੰਗਰ ਲਾਇਆ ਹੈ, ਬਹੁਤ ਸਿੱਖਾਂ ਦੀ ਸੇਵਾ ਕਰ ਰਿਹਾ ਹੈ ਅਤੇ ਬੜਾ ਪ੍ਰੇਮ ਧਾਰਨ ਕਰਕੇ ਭੋਜਨ ਦੇ ਰਿਹਾ ਹੈ। ਪਿੰਡਾਂ ਸ਼ਹਿਰਾਂ ਵਿੱਚ ਸਤਿਗੁਰੂ ਜੀ ਦਾ ਬਹੁਤ ਜਸ ਹੋਇਆ ਹੈ। ਨਿਤ ਸਿੱਖਾਂ ਨੂੰ ਲੰਗਰ ਛਕਾਉਂਦਾ ਹੈ। ਆਪ ਜੀ ਦੇ ਉਪਦੇਸ਼ ਨੂੰ ਕਮਾਉਂਦਾ ਹੈ।
ਗੁਰੂ ਜੀ ਦੇ ਪ੍ਰੇਮ ਵਿੱਚ ਭੋਜਨ ਖਵਾਉਂਦਾ ਹੈ। ਸ਼੍ਰੀ ਹਰਿ ਰਾਏ ਜੀ ਨੇ ਜਦ ਇਹ ਬਚਨ ਸੁਣੇ ਤਾਂ ਸਭਾ ਦੇ ਵਿੱਚ ਸਭ ਨੂੰ ਕਿਹਾ, ਉਹ ਸਿੱਖ ਕੌਣ ਹੈ, ਉਸ ਬਾਰੇ ਸਾਨੂੰ ਦੱਸੋ। ਜਿਹੜੇ ਲੰਗਰ ਲਾਉਂਦੇ ਹਨ ਉਹਨਾਂ ਸਿੱਖਾਂ ਨੂੰ ਸਾਨੂੰ ਵਿਖਾਓ। ਸੇਵਾ ਭਗਤੀ ਦੀ ਸ੍ਰੇਸ਼ਟ ਜੁਗਤੀ ਹੈ। ਅਸੀਂ ਇਸ ਸਮੇਂ ਉਹਨਾਂ ਬਾਰੇ ਪੁੱਛਣਾ ਚਾਹੁੰਦੇ ਹਾਂ। ਤਦ ਦੋਵੇਂ ਸਿੱਖ ਉੱਠ ਕੇ ਸਾਰੇ ਸਿੱਖਾਂ ਵਿੱਚ ਫਿਰੇ। ਜਿੱਥੇ ਕਿੱਥੇ ਉਹ ਸਿੱਖ ਬੈਠੇ ਸੀ ਵੇਖੇ। ਉਹਨਾਂ ਨੂੰ ਇਕੱਠੇ ਕਰਕੇ ਗੁਰੂ ਜੀ ਦੇ ਪਾਸ ਲੈ ਕੇ ਆਏ। ਉਹ ਸਿਰ ਨਿਵਾ ਕੇ ਗੁਰੂ ਜੀ ਦੇ ਸਾਹਮਣੇ ਖੜੇ ਹੋ ਗਏ। ਸ਼੍ਰੀ ਗੁਰੂ ਹਰਿ ਰਾਏ ਜੀ ਨੇ ਉਹਨਾਂ ਵੱਲ ਵੇਖਿਆ। ਉਹ ਦੋਵੇਂ ਹੱਥ ਜੋੜ ਕੇ ਅੱਗੇ ਖੜੇ ਸਨ। ਉਹਨਾਂ ਨੂੰ ਪੁੱਛਿਆ, ਤੁਸੀਂ ਕਿਸ ਵਿਧੀ ਅਨੁਸਾਰ ਸੇਵਾ ਕੀਤੀ ਹੈ? ਤੁਸੀਂ ਗੁਰੂ ਜੀ ਦੇ ਹਿੱਤ ਨੂੰ ਪਾਲਿਆ ਹੈ। ਤਦ ਉਹਨਾਂ ਸਿੱਖਾਂ ਨੇ ਭੇਦ ਸੁਣਾਇਆ। ਦਇਆ ਧਾਰ ਕੇ ਜੋ ਸਿੱਖ ਚੱਲ ਕੇ ਸਾਡੇ ਪਾਸ ਆਉਂਦਾ ਹੈ, ਉਸ ਸਿੱਖ ਨੂੰ ਭੋਜਨ ਦੇ ਕੇ ਅਸੀਂ ਤ੍ਰਿਪਤ ਕਰਦੇ ਹਾਂ। ਸਭ ਤੋਂ ਬਾਅਦ ਵਿੱਚ ਅਸੀਂ ਭੋਜਨ ਖਾਂਦੇ ਹਾਂ। ਜਿੰਨੇ ਵੀ ਅਤਿਥੀ ਕਿਰਪਾ ਕਰਕੇ ਆਉਂਦੇ ਹਨ, ਉਹ ਸਾਰੇ ਲੰਗਰ ਤੋਂ ਭੋਜਨ ਛਕਦੇ ਹਨ। ਜਿਵੇਂ ਜਿਵੇਂ ਉਹ ਸੇਵਾ ਕਰਦੇ ਰਹੇ, ਆਪਣੇ ਸਾਰੇ ਕਰਮ ਉਹਨਾਂ ਨੇ ਕਹਿ ਕੇ ਸੁਣਾਏ। ਇਹ ਸੁਣ ਕੇ ਮਾਲਕ ਗੁਰੂ ਜੀ ਖਿਮਾ ਧਾਰ ਕੇ ਚੁੱਪ ਰਹੇ ਤੇ ਆਪਣੇ ਮੁਖ ਤੋਂ ਕੁਝ ਵੀ ਨਾ ਕਿਹਾ। ਤਦ ਸਾਰੀ ਸੰਗਤ ਨੇ ਬੇਨਤੀ ਕੀਤੀ, ਹੇ ਪ੍ਰਭੂ ਜੀ, ਸਾਡੇ ਹਿਰਦੇ ਵਿੱਚ ਕੁਝ ਸੰਦੇਹ ਰਹਿ ਗਿਆ ਹੈ। ਜਿਵੇਂ ਆਪ ਜੀ ਦੀ ਆਗਿਆ ਹੋਵੇ, ਸਾਰੇ ਆਪ ਜੀ ਪਾਸੋਂ ਸੁਣ ਕੇ ਉਸੇ ਤਰ੍ਹਾਂ ਕਰੀਏ। ਤਦ ਸ਼੍ਰੀ ਸਤਿਗੁਰੂ ਜੀ ਸੁਣ ਕੇ ਮੁਖ ਤੋਂ ਬੋਲੇ, ਜਿਵੇਂ ਜਗਤ ਵਿੱਚ ਭਗਤੀ ਦੀ ਅਮੋਲਕ ਰੀਤ ਹੈ, ਹੇ ਸਿੱਖੋ, ਸਿੱਖਿਆ ਸੁਣੋ। ਤੁਸੀਂ ਮੇਰੇ ਬਹੁਤ ਪਿਆਰੇ ਹੋ। ਪ੍ਰੇਮ ਕਰਨਾ ਨਿਤ ਚਿੱਤ ਵਿੱਚ ਚਾਹੁੰਦੇ ਹੋ। ਇਸ ਕਰਕੇ ਤੁਹਾਨੂੰ ਸ਼ੁਭ ਉਪਦੇਸ਼ ਦੱਸਦੇ ਹਾਂ ਤੇ ਜਮ ਦੇ ਸੰਕਟ ਤੋਂ ਤੁਹਾਨੂੰ ਛੁਡਾਉਂਦੇ ਹਾਂ। ਦਿਨ ਰਾਤ ਚਿੱਤ ਵਿੱਚ ਸੋਚਦੇ ਰਹਿੰਦੇ ਹਾਂ ਕਿ ਮੇਰੇ ਸਿੱਖਾਂ ਨੂੰ ਚੰਗੀ ਸ਼ੁਭ ਗਤੀ ਪ੍ਰਾਪਤ ਹੋਵੇ। ਸਮਾਂ ਬੀਤ ਜਾਣ ਦੇ ਬਾਅਦ ਜੇ ਕੋਈ ਸਿੱਖ ਆਇਆ ਹੋਵੇ, ਤਦ ਵੀ ਉਸ ਨੂੰ ਫਿਰ ਕਿਸੇ ਸਿੱਖ ਨੇ ਭੋਜਨ ਖਵਾਇਆ ਹੋਵੇ, ਇਸ ਦਾ ਫਲ ਉੱਤਮ ਇਸ ਤਰ੍ਹਾਂ ਜਾਣੋ, ਅਨਾਜ ਦਾਨ ਬਰਾਬਰ ਹੋਰ ਕੋਈ ਦਾਨ ਨਾ ਮੰਨੋ। ਇਹ ਸੁਣ ਕੇ ਸਿੱਖਾਂ ਨੇ ਪੁੱਛਿਆ, ਹੇ ਪ੍ਰਭੂ ਜੀ, ਇਹ ਕਿਵੇਂ ਜਾਣੀਏ? ਸਮਾਂ ਬੀਤ ਗਿਆ ਹੈ, ਕਿਸ ਨੂੰ ਕਹੀਦਾ ਹੈ? ਇਸ ਨੂੰ ਜਾਣ ਕੇ ਫਿਰ ਉਸ ਤਰ੍ਹਾਂ ਕਰੀਏ ਜਿਵੇਂ ਆਪ ਜੀ ਨੂੰ ਸਾਡਾ ਹਿੱਤ ਕਰਨ ਦਾ ਸੰਕਲਪ ਫੁਰਿਆ ਹੈ। ਸ਼੍ਰੀ ਗੁਰੂ ਜੀ ਨੇ ਆਪਣੇ ਮੁਖ ਤੋਂ ਫਰਮਾਇਆ, ਭੋਜਨ ਦਾ ਸਮਾਂ ਬੀਤ ਗਿਆ ਹੋਵੇ, ਉਸ ਸਮੇਂ ਕੋਈ ਭੁੱਖਾ ਸਿੱਖ ਆਵੇ, ਉਸ ਨੂੰ ਨਵੇਂ ਸਿਰੇ ਭੋਜਨ ਤਿਆਰ ਕਰਕੇ ਛਕਾਓ। ਐਸੀ ਸੇਵਾ ਵਿੱਚ ਉੱਤਮ ਪ੍ਰੇਮ ਹੈ। ਭੋਜਨ ਤਿਆਰ ਕਰੋ ਤੇ ਪ੍ਰੇਮ ਨਾਲ ਛਕਾਓ। ਬੀਤ ਗਏ ਸਮੇਂ ਜਿਹੜਾ ਅਤਿਥੀ ਆਵੇ, ਪ੍ਰੇਮ ਭਗਤੀ ਨਾਲ ਉਸ ਨੂੰ ਭੋਜਨ ਦੇ ਕੇ ਤ੍ਰਿਪਤ ਕਰੋ। ਐਸੀ ਸੇਵਾ ਮੈਂ ਪ੍ਰਵਾਨ ਕਰਦਾ ਹਾਂ। ਐਸੀ ਸੇਵਾ ਮੈਨੂੰ ਮਹਾਨ ਤ੍ਰਿਪਤ ਕਰਦੀ ਹੈ। ਮੈਂ ਅਜਿਹੇ ਸਿੱਖ ਉੱਤੇ ਬਹੁਤ ਪ੍ਰਸੰਨ ਹੁੰਦਾ ਹਾਂ ਤੇ ਉਸ ਸਿੱਖ ਦੇ ਜਨਮ ਮਰਨ ਦੇ ਦੁੱਖ ਦੂਰ ਕਰ ਦਿੰਦਾ ਹਾਂ। ਲੋਕ ਪਰਲੋਕ ਵਿੱਚ ਸਹਾਇਤਾ ਕਰਦਾ ਹਾਂ ਤੇ ਸਾਰੇ ਵਿਘਨਾਂ ਨੂੰ ਦੂਰ ਕਰਕੇ ਰੱਖਿਆ ਕਰਦਾ ਹਾਂ। ਇੰਜ ਸੇਵਾ ਕਰਦਿਆਂ ਹਰੀ ਦੇ ਨਾਮ ਦਾ ਸਿਮਰਨ ਕਰਨ ਨਾਲ, ਸਤ ਸੰਗਤ ਮਿਲਣ ਨਾਲ ਘਰ ਪਵਿੱਤਰ ਹੁੰਦਾ ਹੈ। ਉਹੀ ਸਿੱਖ ਮੈਨੂੰ ਪਿਆਰਾ ਹੈ। ਮੈਂ ਸਵਾਸ ਸਦਾ ਉਸ ਨੂੰ ਸੰਭਾਲਦਾ ਹਾਂ। ਉਸ ਦੇ ਨਾਲ ਹੋ ਕੇ ਵਸਿਆ ਰਹਿੰਦਾ ਹਾਂ, ਜਿਹੜਾ ਪ੍ਰੇਮ ਫਾਹੀ ਨਾਲ ਖਿੱਚਿਆ ਗਿਆ ਹੈ। ਸੰਗਤ ਨੇ ਇਹ ਸੁਣ ਕੇ ਬੇਨਤੀ ਕੀਤੀ, ਇਹ ਸਾਰੀ ਵਿਧੀ ਆਪ ਜੀ ਪਾਸ ਹੈ। ਜਿਸ ਉੱਪਰ ਸੇਵਕ ਜਾਣ ਕੇ ਕਿਰਪਾ ਕਰਦੇ ਹੋ, ਉਸ ਨੂੰ ਤੁਸੀਂ ਸੇਵਾ ਦਾ ਦਾਨ ਬਖਸ਼ਦੇ ਹੋ। ਅਸੀਂ ਥੋੜ੍ਹੀ ਬੁੱਧੀ ਵਾਲੇ ਜੀਵ ਤੁਹਾਡੀ ਸ਼ਰਨ ਆਏ ਹਾਂ। ਆਪ ਜੀ ਦੀ ਕਿਰਪਾ ਸੰਕਟਾਂ ਨੂੰ ਦੂਰ ਕਰਨ ਵਾਲੀ ਹੈ। ਆਪ ਜੀ ਦੇ ਬਚਨ ਭਵ ਸਾਗਰ ਤਰਨ ਵਾਸਤੇ ਬੇੜੀ ਰੂਪ ਹਨ। ਗਿਆਨ ਅਗਨੀ ਪ੍ਰਗਟ ਕਰਨ ਲਈ ਗੁਰਬਾਣੀ ਪੜ੍ਹਨਾ, ਵਿਚਾਰਨਾ ਆਦਿ ਆਰਨੀ ਮੰਥਨ ਸਮਾਨ ਹੈ। ਆਰਨੀ ਇੱਕ ਪ੍ਰਕਾਰ ਦਾ ਲੱਕੜ ਦਾ ਜੰਤਰ ਹੈ, ਜਿਸ ਨੂੰ ਯੱਗ ਅਗਨੀ ਵਾਸਤੇ ਵਰਤਦੇ ਹਨ। ਇਸ ਦੇ ਦੋ ਭਾਗ ਹੁੰਦੇ ਹਨ। ਇੱਕ ਦਾ ਨਾਂ ਅਧਰਾ ਤੇ ਦੂਸਰੇ ਨੂੰ ਉਤਰਾ ਕਹਿੰਦੇ ਹਨ। ਅਧਰਾ ਵਿੱਚ ਇੱਕ ਛੇਕ ਹੁੰਦਾ ਹੈ। ਉਸ ਉੱਤੇ
ਉਤਰਾ ਖੜੀ ਕਰਕੇ ਰੱਸੀ ਨਾਲ ਰਿੜਕਦੇ ਹਨ। ਮਧਾਣੀ ਵਾਂਗ ਰੱਸੀ ਨੂੰ ਬੜੀ ਤੇਜ਼ੀ ਨਾਲ ਘੁਮਾਉਂਦੇ ਹਨ, ਜਿਸ ਨਾਲ ਅੱਗ ਨਿਕਲਦੀ ਹੈ। ਸਤਨਾਮ ਦਾ ਸਿਮਰਨ ਮਾਨੋ ਬ੍ਰਿਛ ਹੈ। ਗੁਰਬਾਣੀ ਨਾਮ ਸਿਮਰਨ ਰੂਪ ਬ੍ਰਿਛ ਨੂੰ ਉਪਜਾਉਣ ਵਾਸਤੇ ਸ਼ੁਭ ਧਰਤੀ ਹੈ। ਤਿਸ ਬਾਣੀ ਦੇ ਅਰਥ ਜਾਣ ਕੇ ਜਿਨ੍ਹਾਂ ਨੇ ਚੰਗੀ ਕਰਨੀ ਕੀਤੀ ਹੈ, ਗੁਰਬਾਣੀ ਉਹਨਾਂ ਦੇ ਮੋਹ, ਈਰਖਾ, ਪਾਪਾਂ ਸਮੇਤ ਸਭ ਦਾ ਨਾਸ਼ ਕਰਨ ਵਾਲੀ ਹੈ। ਗੁਰਬਾਣੀ ਸ੍ਰੇਸ਼ਟ ਪੁਰਸ਼ਾਂ ਦੇ ਧਾਰਨ ਕਰਨ ਯੋਗ ਹੈ। ਗੁਰਬਾਣੀ ਹਿਰਦੇ ਦੇ ਵਿਕਾਰਾਂ ਨੂੰ ਛਲ ਲੈਣ ਵਾਲੀ ਹੈ। ਪ੍ਰਭੂ ਨਾਲ ਪ੍ਰੇਮ ਨੂੰ ਇਹ ਪੈਦਾ ਕਰਨ ਵਾਲੀ ਹੈ। ਜੋ ਗੁਰਬਾਣੀ ਪੜ੍ਹਦੇ ਹਨ ਉਹ ਉੱਚੀਆਂ ਭਾਵਨਾਵਾਂ ਨਾਲ ਮਿਲ ਕੇ ਸਦਾ ਪ੍ਰਭੂ ਨਾਲ ਜੁੜੇ ਰਹਿੰਦੇ ਹਨ। ਆਪਣੇ ਸੇਵਕਾਂ ਦੀ ਇਹ ਮੁਕਤੀ ਦਾਤੀ ਹੈ। ਤ੍ਰਿਸ਼ਨਾ ਰੂਪੀ ਹਥਨੀ ਵਾਸਤੇ ਇਹ ਸ਼ੇਰਨੀ ਵਾਂਗ ਹੈ। ਅਵਿਦਿਆ ਹਿਰਨੀ ਵਾਂਗ ਬੜੀ ਚੰਚਲ ਹੈ। ਉਸ ਹਿਰਨੀ ਨੂੰ ਇਹ ਸ਼ੇਰਨੀ ਰੂਪ ਗੁਰਬਾਣੀ ਆਪਣੇ ਬਲ ਸਦਕਾ ਝਟਪਟ ਕਾਬੂ ਕਰ ਲੈਂਦੀ ਹੈ। ਸਿੱਖਾਂ ਨੇ ਸ਼ੁਭ ਬਾਣੀ ਦੀ ਪ੍ਰਸ਼ੰਸਾ ਸੁਣੀ, ਜਿਹੜੀ ਸੇਵਕਾਂ ਦੀ ਸ਼ੰਕਿਆ ਨੂੰ ਦੂਰ ਕਰਨ ਵਾਲੀ ਸੀ। ਗੁਰੂ ਜੀ ਸੰਗਤ ਉੱਤੇ ਬਹੁਤ ਪ੍ਰਸੰਨ ਹੋਏ ਤੇ ਕਿਰਪਾ ਦ੍ਰਿਸ਼ਟੀ ਨਾਲ ਉਹਨਾਂ ਸਭ ਵੱਲ ਵੇਖਿਆ। ਭਗਤੀ ਦਾ ਅੰਕੁਰ ਸਭ ਵਿੱਚ ਫੁੱਟ ਪਿਆ। ਵਿਸ਼ਿਆਂ ਨੂੰ ਛੱਡ ਕੇ ਮਨ ਸਿਮਰਨ ਵਿੱਚ ਲੱਗ ਗਿਆ। ਸ਼ੁਭ ਮਾਰਗ ਪਾ ਕੇ ਸਭ ਨੂੰ ਕਿਰਤਾਰਥ ਕੀਤਾ। ਸਾਰਿਆਂ ਨੇ ਗੁਰੂ ਜੀ ਦੀ ਅਧਿਕ ਮਹਿਮਾ ਜਾਣੀ। ਲੱਖਾਂ ਸਿੱਖਾਂ ਨੇ ਸ਼ੁਭ ਗਤੀ ਪ੍ਰਾਪਤ ਕੀਤੀ। ਕਿੱਥੋਂ ਤੱਕ ਅਸੀਂ ਗੁਰੂ ਜੀ ਦੀ ਵਡਿਆਈ ਬਿਆਨ ਕਰੀਏ। ਇਸ ਪ੍ਰਕਾਰ ਨਿਤ ਵਿਲਾਸ ਕਰਦੇ ਹਨ। ਸ਼੍ਰੀ ਸਤਿਗੁਰੂ ਹਰਿ ਰਾਏ ਜੀ ਦਾ ਪ੍ਰਕਾਸ਼ ਸਾਰੇ ਜਗਮਗਾ ਰਿਹਾ ਹੈ। ਜਿਸ ਕਿਸੇ ਪ੍ਰਕਾਰ ਵੀ ਕੋਈ ਕੁਝ ਪਾਉਣਾ ਚਾਹੁੰਦਾ ਹੈ, ਸਭ ਵਿਧੀਆਂ ਨਾਲ ਸਿੱਖਾਂ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਤੇ ਉਪਹਾਰ ਦੇ ਦੇ ਕੇ ਉਹ ਢੇਰ ਲਾ ਦਿੰਦੀ ਹੈ। ਵਿਸਾਖੀ ਦਾ ਬਹੁਤ ਵੱਡਾ ਮੇਲਾ ਲੱਗਾ। ਸਤਿਗੁਰੂ ਜੀ ਹਰ ਇੱਕ ਦੀ ਕਾਮਨਾ ਪੂਰੀ ਕਰਦੇ ਹਨ। ਸ਼੍ਰੀ ਕੀਰਤਪੁਰ ਸਾਹਿਬ ਵਿੱਚ ਬਹੁਤ ਵੱਡੇ ਡੇਰੇ ਲੱਗਦੇ ਹਨ। ਵੱਡੇ ਭਾਗਾਂ ਵਾਲੇ ਜੀਵ ਗੁਰੂ ਜੀ ਦੇ ਦਰਸ਼ਨ ਕਰਦੇ ਹਨ। ਸੰਗਤਾਂ ਜੈ ਜੈਕਾਰ ਕਰ ਰਹੀਆਂ ਹਨ ਤੇ ਧੰਨ ਸ਼੍ਰੀ ਗੁਰੂ ਹਰਿ ਰਾਏ ਜੀ ਉਚਾਰਨ ਕਰ ਰਹੀਆਂ ਹਨ। ਜਿਨ੍ਹਾਂ ਦਾ ਕਿਹਾ ਹਰ ਬਚਨ ਪੂਰਾ ਹੋ ਜਾਂਦਾ ਹੈ। ਮਨੁੱਖ ਉਹਨਾਂ ਦੇ ਦਰਸ਼ਨ ਕਰਕੇ ਤੁਰੰਤ ਫਲ ਪ੍ਰਾਪਤ ਕਰਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।